ਮੇਰਾ ਨਾਮ ਕੋਮਲ ਹੈ। ਮੈਂ ਆਗਰਾ ਦੀ ਰਹਿਣ ਵਾਲੀ ਹਾਂ। ਮੈਂ 13 ਸਾਲਾਂ ਦੀ ਸੀ ਜਦੋਂ ਇੱਕ ਦਿਨ ਮੇਰੇ ਪਿਤਾ ਜੀ ਬਹੁਤ ਗੁੱਸੇ ਵਿੱਚ ਘਰ ਆਏ ਅਤੇ ਮੇਰੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਮਾਂ ਨੇ ਮੇਰੇ ਪਿਤਾ ਜੀ ਤੋਂ ਮਾਰਨ ਦੀ ਵਜ੍ਹਾ ਪੁੱਛੀ ਤਾਂ ਪਿਤਾ ਜੀ ਨੇ ਆਪਣੀ ਜੇਬ ਵਿੱਚੋਂ ਕੁਝ ਫੋਟੋਆਂ ਕੱਢ ਕੇ ਮੇਰੀ ਮਾਂ ਦੇ ਸਾਹਮਣੇ ਸੁੱਟ ਦਿੱਤੀਆਂ। ਮੈਂ ਉਹਨਾਂ ਤਸਵੀਰਾਂ ਨੂੰ ਨਹੀਂ ਦੇਖ ਸਕੀ, ਪਰ ਉਹਨਾਂ ਨੂੰ ਦੇਖ ਕੇ ਮੇਰੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਮੇਰੀ ਮਾਂ ਰੋਂਦੀ ਹੋਈ ਮੇਰੇ ਪਿਤਾ ਜੀ ਨੂੰ ਪੁੱਛ ਰਹੀ ਸੀ, ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਉਹ ਮੇਰੇ ਪਿਤਾ ਤੋਂ ਮਾफ़ੀ ਵੀ ਮੰਗ ਰਹੀ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਮਾਂ ਮੇਰੇ ਪਿਤਾ ਜੀ ਤੋਂ ਕਿਉਂ ਮਾफ़ੀ ਮੰਗ ਰਹੀ ਹੈ। ਮੇਰੇ ਪਿਤਾ ਜੀ ਗੁੱਸੇ ਹੋ ਰਹੇ ਸਨ ਅਤੇ ਮੇਰੀ ਮਾਂ ਨੂੰ ਚਰਿੱਤਰਹੀਣ ਔਰਤ ਕਹਿ ਰਹੇ ਸਨ। ਮਾਮਲਾ ਹੁਣ ਤਲਾਕ ਤੱਕ ਪਹੁੰਚ ਗਿਆ ਸੀ। ਮੇਰੀ ਮਾਂ ਮੇਰੇ ਪਿਤਾ ਜੀ ਦੇ ਪੈਰਾਂ 'ਚ ਬੈਠੀ ਹੋਈ ਸੀ ਅਤੇ ਕਹਿ ਰਹੀ ਸੀ, ਰੱਬ ਦੇ ਵਾਸਤੇ ਮੇਰੇ 'ਤੇ ਇਹ ਤਸੱਦਦ ਨਾ ਕਰੋ। ਮੈਂ ਆਪਣੀ ਜਵਾਨ ਧੀ ਨੂੰ ਲੈ ਕੇ ਕਿੱਥੇ ਜਾਵਾਂਗੀ? ਪਰ ਮੇਰੇ ਪਿਤਾ ਜੀ ਕਿਸੇ ਵੀ ਤਰ੍ਹਾਂ ਆਪਣੇ ਗੁੱਸੇ 'ਤੇ ਕਾਬੂ ਨਹੀਂ ਪਾ ਰਹੇ ਸਨ। ਮੇਰੇ ਪਿਤਾ ਜੀ ਨੇ ਮੇਰੀ ਮਾਂ ਨੂੰ ਬਾਲਾਂ ਤੋਂ ਫੜ ਲਿਆ ਅਤੇ ਤਲਾਕ ਦੇ ਕਾਗਜ਼ ਮੇਰੀ ਮਾਂ ਦੇ ਮੂੰਹ 'ਤੇ ਮਾਰ ਦਿੱਤੇ ਅਤੇ ਆਪ ਬਾਹਰ ਚਲੇ ਗਏ। ਜਾਂਦੇ ਸਮੇਂ ਮੈਨੂੰ ਕਹਿ ਗਏ ਸੀ ਕਿ ਜਦੋਂ ਮੈਂ ਵਾਪਸ ਆਵਾਂਗਾ ਤੁਸੀਂ ਮਾਂ ਧੀ ਇਸ ਘਰ ਵਿੱਚ ਮੈਨੂੰ ਦਿਖਣੇ ਨਹੀਂ ਚਾਹੀਦੇ। ਮੰਮੀ ਹੁਣ ਇਸ ਘਰ ਨੂੰ ਛੱਡਣ ਲਈ ਆਪਣਾ ਅਤੇ ਮੇਰਾ ਸਮਾਨ ਪੈਕ ਕਰ ਰਹੀ ਸੀ ਅਤੇ ਮੈਂ ਇਹ ਸੋਚ ਕੇ ਹੈਰਾਨ ਸੀ ਕਿ ਇਹ ਸਭ ਅਚਾਨਕ ਕਿਵੇਂ ਹੋ ਗਿਆ। ਅਸੀਂ ਚੰਗੀ ਜ਼ਿੰਦਗੀ ਜੀ ਰਹੇ ਸੀ। ਮੰਮੀ ਡੈਡੀ ਇੱਕ ਦੂਜੇ ਤੋਂ ਖੁਸ਼ ਸਨ। ਫਿਰ ਉਹ ਮੇਰੀ ਮਾਂ ਨੂੰ ਤਲਾਕ ਕਿਵੇਂ ਦੇ ਸਕਦੇ ਸੀ? ਜਦੋਂ ਤੋਂ ਮੇਰਾ ਜਨਮ ਹੋਇਆ ਹੈ ਮੇਰੇ ਕੋਲ ਹਰ ਤਰ੍ਹਾਂ ਦੀ ਸਹੂਲਤ ਸੀ। ਮੇਰੀ ਹਰ ਇੱਛਾ ਪੂਰੀ ਹੋ ਜਾਂਦੀ ਸੀ। ਖੈਰ ਪਾਪਾ ਜੀ ਦਾ ਘਰ ਛੱਡ ਕੇ ਅਸੀਂ ਦੋਵੇਂ ਮਾਂ ਧੀ ਨੇ ਇਸ ਸ਼ਹਿਰ ਨੂੰ ਸਦਾ ਲਈ ਛੱਡਣ ਦਾ ਮਨ ਬਣਾ ਲਿਆ ਸੀ ਤੇ ਫਿਰ ਮਾਂ ਨੇ ਦਿੱਲੀ ਲਈ ਟਿਕਟ ਬੁੱਕ ਕਰਵਾ ਦਿੱਤੀ ਸੀ। ਮੈਨੂੰ ਸ਼ੁਰੂ ਤੋਂ ਹੀ ਦਿੱਲੀ ਜਾਣ ਦਾ ਬਹੁਤ ਸ਼ੌਂਕ ਸੀ। ਅੱਜ ਮੇਰੀ ਇੱਛਾ ਪੂਰੀ ਹੋ ਰਹੀ ਸੀ, ਪਰ ਅਜੇ ਹਾਲਾਤਾਂ ਵਿੱਚ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਕਿਸੇ ਅਣਹੋਣੀ ਘਟਨਾ ਦੇ ਡਰ ਨਾਲ ਮੇਰਾ ਦਿਲ ਕੰਬ ਰਿਹਾ ਸੀ। ਪਤਾ ਨਹੀਂ ਅਸੀਂ ਮਾਂ ਧੀ ਕਿੱਥੇ ਜਾਵਾਂਗੇ। ਕਿਤੇ ਸਾਨੂੰ ਥਾਂ ਮਿਲੇਗੀ ਜਾਂ ਨਹੀਂ, ਜਾਂ ਸਾਨੂੰ ਸੜਕ 'ਤੇ ਸੌਣਾ ਪਵੇਗਾ। ਮੈਨੂੰ ਡੂੰਘੇ ਸੋਚਾਂ ਵਿੱਚ ਡੁੱਬੀ ਦੇਖ ਕੇ ਮੰਮੀ ਨੇ ਪੁੱਛਿਆ, ਕੀ ਗੱਲ ਹੈ ਕੋਮਲ, ਤੁਸੀਂ ਕੀ ਸੋਚ ਰਹੇ ਹੋ? ਮੈਂ ਕਿਹਾ, ਮੰਮੀ ਮੈਂ ਸੋਚ ਰਹੀ ਸੀ ਕਿ ਅਸੀਂ ਰਾਜਸਥਾਨ ਜਾਵਾਂਗੇ, ਤੁਹਾਡੇ ਮਾਪਿਆਂ ਦੇ ਘਰ। ਤੁਹਾਡੇ ਮਾਪਿਆਂ ਦਾ ਘਰ ਰਾਜਸਥਾਨ ਵਿੱਚ ਹੈ, ਪਰ ਤੁਸੀਂ ਸਿੱਧਾ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਮੰਮੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ ਕਿ ਅਸੀਂ ਕਿਸੇ 'ਤੇ ਬੋਝ ਨਹੀਂ ਬਣਾਂਗੇ। ਜੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਲੈ ਗਈ ਤਾਂ ਤੁਸੀਂ ਜਾਣਦੇ ਹੋ ਕਿ ਉੱਥੇ ਆਪਣੇ ਨਾਲ ਕੀ ਹੁੰਦਾ ਹੈ ਅਤੇ ਫਿਰ ਉੱਥੇ ਕੌਣ ਹੈ? ਉੱਥੇ ਮੇਰੇ ਮਾਤਾ ਪਿਤਾ ਵਿੱਚੋਂ ਕੋਈ ਨਹੀਂ ਹੈ ਜੋ ਮੈਨੂੰ ਦੇਖ ਕੇ ਖੁਸ਼ ਹੋ ਜਾਂਦੇ। ਉਸ ਘਰ ਵਿੱਚ ਮੇਰੇ 3 ਭਰਾਵਾਂ ਦੀਆਂ ਪਤਨੀਆਂ ਹਨ ਜੋ ਸਾਡੇ ਦੋਵਾਂ ਨਾਲ ਨੌਕਰਾਣੀਆਂ ਵਾਂਗ ਵਰਤਾਓ ਕਰਦੀਆਂ ਸਨ। ਮੈਂ ਤੁਹਾਡੇ ਲਈ ਅਜੇ ਜ਼ਿੰਦਗੀ ਬਾਰੇ ਨਹੀਂ ਸੋਚਿਆ ਸੀ। ਹਾਂ, ਜੇ ਮੈਂ ਇਕੱਲੀ ਹੁੰਦੀ ਤਾਂ ਮੈਨੂੰ ਮੇਰੇ ਪੇਕਿਆਂ ਦੇ ਭਾਂਡੇ ਧੋਣ 'ਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ। ਮੈਂ ਆਪਣੇ ਮਾਂ ਵੱਲ ਬੜੇ ਧਿਆਨ ਨਾਲ ਦੇਖਿਆ। ਮੇਰੀ ਮਾਂ ਇੰਨੀ ਮਹਾਨ ਔਰਤ ਸੀ, ਉਸਨੇ ਮੇਰੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਫਿਰ ਮੇਰੇ ਪਿਤਾ ਨੇ ਉਸ ਨੂੰ ਤਲਾਕ ਕਿਉਂ ਦਿੱਤਾ? ਮੈਂ ਸੋਚਣ ਲੱਗੀ ਕਿ ਪਾਪਾ ਨੇ ਬਹੁਤ ਗਲਤ ਕੀਤਾ ਹੈ। ਪਾਪਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਘੱਟੋ ਘੱਟ ਪਿਤਾ ਜੀ ਨੂੰ ਮੇਰੇ ਬਾਰੇ ਤਾਂ ਸੋਚਣਾ ਚਾਹੀਦਾ ਸੀ। ਕੁਝ ਸਮੇਂ ਬਾਅਦ ਅਸੀਂ ਦਿੱਲੀ ਪਹੁੰਚ ਗਏ। ਮਾਂ ਨੇ ਮੇਰਾ ਹੱਥ ਫੜ ਲਿਆ। ਮੈਂ ਕਿਹਾ, ਮੰਮੀ ਅਸੀਂ ਕਿੱਥੇ ਜਾ ਰਹੇ ਹਾਂ? ਮੰਮੀ ਨੇ ਉਸ ਵੇਲੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਤੇ ਹੱਥ ਦੇ ਇਸ਼ਾਰੇ ਨਾਲ ਰਿਕਸ਼ਾ ਰੋਕ ਲਿਆ। ਪਤਾ ਨਹੀਂ ਕਿਸ ਮੰਜ਼ਿਲ ਵੱਲ ਜਾ ਰਹੇ ਸੀ। ਮੰਮੀ ਨੇ ਇਹ ਪਤਾ ਰਿਕਸ਼ਾ ਵਾਲੇ ਨੂੰ ਸਮਝਾਇਆ ਸੀ। ਅਸੀਂ ਇੱਕ ਸੁੰਨਸਾਨ ਖੇਤਰ ਵਿੱਚ ਆ ਗਏ। ਮੰਮੀ ਨੇ ਰਿਕਸ਼ਾ ਵਾਲੇ ਨੂੰ ਕਿਰਾਇਆ ਦਿੱਤਾ ਅਤੇ ਫਿਰ ਇੱਕ ਘਰ ਵੱਲ ਤੁਰ ਪਈ। ਘਰ ਬਹੁਤ ਵੱਡਾ ਲੱਗਦਾ ਸੀ। ਇੱਕ 50-55 ਸਾਲ ਦਾ ਆਦਮੀ ਘਰ ਦੇ ਦਰਵਾਜ਼ੇ ਤੇ ਖੜਾ ਸੀ। ਮੇਰੀ ਮਾਂ ਨੂੰ ਦੇਖ ਕੇ ਮੁਸਕਰਾ ਕੇ ਕਹਿਣ ਲੱਗਾ ਕਿ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਅਸੀਂ ਬਹੁਤ ਖੁਸ਼ ਹਾਂ। ਫਿਰ ਉਸਨੇ ਚਾਬੀਆਂ ਮੇਰੀ ਮਾਂ ਨੂੰ ਦੇ ਦਿੱਤੀਆਂ। ਮੰਮੀ ਨੇ ਵੀ ਮੁਸਕਰਾ ਕੇ ਚਾਬੀਆਂ ਫੜ ਲਈਆਂ। ਮੰਮੀ ਨੇ ਕਿਹਾ, ਹੁਣ ਅਸੀਂ ਤੁਹਾਡੇ ਸ਼ਹਿਰ ਆ ਗਏ ਹਾਂ, ਮਿਲਦੇ ਰਹਾਂਗੇ। ਉਹ ਬੰਦਾ ਹੱਸਦਾ ਹੋਇਆ ਮੰਮੀ ਵੱਲ ਦੇਖ ਰਿਹਾ ਸੀ। ਮੈਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ। ਉਹ ਆਦਮੀ ਜਾਂਦਾ ਜਾਂਦਾ ਬੋਲਿਆ, ਮੈਂ ਤੁਹਾਡੇ ਲਈ ਖਾਣ ਪੀਣ ਦਾ ਪ੍ਰਬੰਧ ਕਰਾਂਗਾ। ਮੰਮੀ ਨੇ ਸਿਰ ਹਿਲਾ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਆ ਗਈ। ਇਹ ਘਰ ਮੇਰੇ ਪਿਤਾ ਜੀ ਦੇ ਘਰ ਨਾਲੋਂ ਵੀ ਸੋਹਣਾ ਸੀ। ਇੱਥੇ ਫਰਨੀਚਰ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਮੰਮੀ ਨੂੰ ਮੁਸਕਰਾ ਕੇ ਕਿਹਾ, ਮੰਮੀ ਇਹ ਕਿਸ ਦਾ ਘਰ ਹੈ ਅਤੇ ਇਹ ਆਦਮੀ
ਕੌਣ ਸੀ? ਮੰਮੀ ਕਹਿਣ ਲੱਗੀ, ਬੰਦਾ ਕੋਈ ਵੀ ਹੋਵੇ, ਤੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਸ ਇਹ ਸਮਝੋ ਕਿ ਇਹ ਘਰ ਸਾਡਾ ਹੈ। ਮੈਂ ਸਿਰ ਹਿਲਾਇਆ। ਕਰੀਬ 1 ਘੰਟੇ ਬਾਅਦ ਉਹ ਆਦਮੀ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਵਾਪਸ ਆ ਗਿਆ। ਮੰਮੀ ਨੇ ਦਰਵਾਜ਼ੇ ਤੋਂ ਹੀ ਖਾਣਾ ਫੜ ਕੇ ਆਦਮੀ ਨੂੰ ਵਾਪਸ ਭੇਜ ਦਿੱਤਾ ਸੀ। ਮੈਨੂੰ ਬਹੁਤ ਭੁੱਖ ਲੱਗੀ ਸੀ, ਇਸ ਲਈ ਜਿਵੇਂ ਹੀ ਮੰਮੀ ਨੇ ਪਲੇਟਾਂ ਵਿੱਚ ਖਾਣਾ ਪਾ ਦਿੱਤਾ, ਮੈਂ ਝੱਟ ਖਾਣਾ ਖਾਣ ਬੈਠ ਗਈ। ਮੰਮੀ ਨੇ ਮੇਰੇ ਸਿਰ ਤੇ ਹੱਥ ਮਾਰਿਆ ਅਤੇ ਕਿਹਾ, ਮੈਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਵਾਂਗੀ। ਮੈਂ ਮੰਮੀ ਦੇ ਮੂੰਹ ਵੱਲ ਦੇਖਦੀ ਰਹੀ। ਮੰਮੀ ਇੰਨੀ ਸ਼ਾਂਤ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੰਮੀ ਨੇ ਕਿਹਾ, ਕੋਮਲ, ਸਾਨੂੰ ਕੁਝ ਦਿਨ ਬਹੁਤ ਸਬਰ ਕਰਨਾ ਪਵੇਗਾ। ਪਤਾ ਨਹੀਂ ਸਾਡੇ ਲਈ ਭਵਿੱਖ ਦੇ ਹਾਲਤ ਕਿਹੋ ਜਿਹੇ ਹੋਣਗੇ। ਸਥਿਤੀ ਸਾਡੇ ਲਈ ਆਸਾਨ ਵੀ ਹੋ ਸਕਦੀ ਹੈ ਅਤੇ ਮੁਸ਼ਕਲ ਵੀ ਹੋ ਸਕਦੀ ਹੈ। ਮੈਂ ਇਹ ਨਹੀਂ ਕਹਿ ਸਕਦੀ ਕਿ ਅਸੀਂ 2 ਵਕਤ ਦਾ ਭੋਜਨ ਵੀ ਖਾ ਸਕਾਂਗੇ ਜਾਂ ਨਹੀਂ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਭਾਵੇਂ ਇਸ ਲਈ ਸਾਨੂੰ ਕੁਝ ਵੀ ਕਰਨਾ ਪਵੇ। ਮੰਮੀ ਮੈਨੂੰ ਇਹ ਕਿਉਂ ਕਹਿ ਰਹੀ ਸੀ ਕਿ ਬਹੁਤ ਔਖਿਆਂ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਸੰਭਵ ਹੈ ਕਿ ਸਾਨੂੰ ਖਾਣ ਲਈ ਕੁਝ ਨਾ ਮਿਲੇ। ਪਰ ਜਿਵੇਂ ਹੀ ਅਸੀਂ ਇੱਥੇ ਕਦਮ ਰੱਖਿਆ, ਸਾਡੇ ਠਹਿਰਨ ਦਾ ਪ੍ਰਬੰਧ ਵੀ ਹੋ ਗਿਆ। ਇਸ ਦੇ ਨਾਲ ਹੀ ਸਾਨੂੰ ਬਹੁਤ ਵਧੀਆ ਖਾਣਾ ਵੀ ਮਿਲਿਆ। ਕਿ ਮਾਂ ਇਹ ਸਭ ਕੁਝ ਜਾਣ ਬੁੱਝ ਕੇ ਕਹਿ ਰਹੀ ਸੀ? ਇਹ ਸਭ ਕੁਝ ਸੋਚ ਕੇ ਮੈਨੂੰ ਚਿੰਤਾ ਹੋ ਰਹੀ ਸੀ, ਪਰ ਸਾਡੀ ਦੋਹਾਂ ਦੀ ਜ਼ਿੰਦਗੀ ਬਦਲ ਗਈ ਸੀ। ਮੰਮੀ ਨੌਕਰੀ ਕਰਨ ਲੱਗੀ। ਜਦੋਂ ਮੈਂ ਉਸ ਨੂੰ ਉਸ ਦੀ ਨੌਕਰੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇੱਕ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਮਿਲੀ ਹੈ। ਮੈਂ ਵੀ ਇਹ ਗੱਲ ਮੰਨ ਲਈ ਕਿ ਸ਼ਾਇਦ ਉਹ ਸੱਚ ਬੋਲ ਰਹੀ ਹੈ। ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਇੱਕ ਬਹੁਤ ਹੀ ਚੰਗੇ ਅਤੇ ਮਹਿੰਗੇ ਸਕੂਲ ਵਿੱਚ ਮੇਰਾ ਦਾਖਲਾ ਕਰਵਾ ਦਿੱਤਾ। ਫੀਸਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਜਿਸ ਕੁੜੀ ਦੀ ਮਾਂ ਇੱਕ ਛੋਟੇ ਜਿਹੇ ਸਕੂਲ ਵਿੱਚ ਅਧਿਆਪਕ ਸੀ, ਉਹ ਇੰਨੀ ਵੱਡੀ ਫੀਸ ਕਿਵੇਂ ਅਦਾ ਕਰ ਸਕਦੀ ਹੈ? ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਇੰਨੇ ਵੱਡੇ ਸਕੂਲ ਵਿੱਚ ਨਹੀਂ ਜਾਵਾਂਗੀ, ਤੁਸੀਂ ਮੇਰਾ ਕਿਸੇ ਛੋਟੇ ਜਿਹੇ ਸਕੂਲ ਵਿੱਚ ਦਾਖਲਾ ਕਰਵਾ ਦਿਓ। ਮੰਮੀ ਨੇ ਮੈਨੂੰ ਸਮਝਾਇਆ ਕਿ ਮੈਂ ਤੈਨੂੰ ਚੰਗੇ ਸਕੂਲ ਵਿੱਚ ਪੜ੍ਹਾਵਾਂਗੀ ਅਤੇ ਤੈਨੂੰ ਆਪਣੇ ਪੈਰਾਂ ਤੇ ਖੜਨ ਦੇ ਕਾਬਲ ਬਣਾਵਾਂਗੀ, ਤਾਂ ਜੋ ਕੱਲ ਨੂੰ ਕੋਈ ਤੈਨੂੰ ਮੂੰਹੋਂ ਇਹ ਨਾ ਕਹੇ ਕਿ ਤੂੰ ਮੇਰੇ ਘਰੋਂ ਨਿਕਲ ਜਾ, ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਸੰਭਾਲਣ ਦੇ ਕਾਬਲ ਹੋਵੋਗੇ ਅਤੇ ਕਿਸੇ ਦੇ ਘਰ ਕਿਸੇ ਦਾ ਬੋਝ ਨਹੀਂ ਬਣੋਗੇ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਸਿਰ ਹਿਲਾ ਦਿੱਤਾ। ਮੈਨੂੰ ਬਹੁਤ ਚੰਗੇ ਸਕੂਲ ਵਿੱਚ ਦਾਖਲਾ ਮਿਲ ਗਿਆ। ਮੈਂ ਵੀ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਜ਼ਿੰਦਗੀ ਰੂਟੀਨ ਬਣ ਗਈ ਸੀ। ਸਭ ਕੁਝ ਬਹੁਤ ਵਧੀਆ ਸੀ, ਪਰ ਕਿਹਾ ਜਾਂਦਾ ਹੈ ਕਿ ਤੂਫਾਨ ਤੋਂ ਪਹਿਲਾਂ ਅਜਿਹਾ ਚੁੱਪ ਹੁੰਦੀ ਹੈ ਕਿ ਮਨੁੱਖ ਇਸ ਦੀ ਚੁੱਪ ਵਿੱਚ ਛੁਪੀ ਤਬਾਹੀ ਨੂੰ ਦੇਖ ਨਹੀਂ ਸਕਦਾ। ਮੰਮੀ ਦੁਪਹਿਰ 2 ਵਜੇ ਤੱਕ ਘਰ ਵਾਪਸ ਆ ਜਾਂਦੀ ਸੀ, ਪਰ ਅੱਜ ਜਦੋਂ ਮੈਂ ਸਕੂਲ ਤੋਂ ਘਰ ਆਈ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਇਹ ਸ਼ੁਕਰ ਸੀ ਕਿ ਘਰ ਦੀ ਦੂਜੀ ਚਾਬੀ ਮੇਰੇ ਕੋਲ ਸੀ ਅਤੇ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੀ ਗਈ। ਭੁੱਖ ਕਾਰਨ ਮੇਰਾ ਬੁਰਾ ਹਾਲ ਸੀ। ਫਰਿੱਜ ਵਿੱਚ ਕੁਝ ਚੀਜ਼ਾਂ ਪਈਆਂ ਸਨ, ਪਰ ਖਾਣ ਨੂੰ ਮਨ ਨਹੀਂ ਸੀ ਕਰਦਾ। ਮੈਂ ਆਪਣੀ ਮਾਂ ਦੀ ਚਿੰਤਾ ਵਿੱਚ ਸੀ। ਮੈਂ ਰੋ ਰਹੀ ਸੀ ਅਤੇ ਮਾਂ ਦੀ ਵਾਪਸੀ ਲਈ ਪ੍ਰਾਰਥਨਾ ਕਰ ਰਹੀ ਸੀ। ਦਿਨ ਇਸੇ ਤਰ੍ਹਾਂ ਬੀਤ ਗਿਆ ਅਤੇ ਰਾਤ ਦੇ 8 ਵੱਜ ਗਏ। ਮਾਂ ਵਾਪਸ ਨਹੀਂ ਆਈ ਅਤੇ ਫਿਰ ਜਦੋਂ 10 ਵਜੇ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਭੱਜ ਕੇ ਦਰਵਾਜ਼ੇ ਕੋਲ ਪਹੁੰਚ ਗਈ। ਮੰਮੀ ਬਿਲਕੁਲ ਸਾਹਮਣੇ ਖੜੀ ਸੀ। ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਅੱਜ ਫਿਰ ਮੈਂ ਉਹਨਾਂ ਦੇ ਪਿੱਛੇ ਉਹੀ ਆਦਮੀ ਦੇਖਿਆ ਜਿਸ ਨੇ ਸਾਨੂੰ ਇਸ ਘਰ ਦੀਆਂ ਚਾਬੀਆਂ ਦਿੱਤੀਆਂ ਸਨ। ਉਹ ਦਰਵਾਜ਼ੇ ਤੋਂ ਹੀ ਵਾਪਸ ਚਲਾ ਗਿਆ ਸੀ। ਮੰਮੀ ਮੁਸਕਰਾਉਂਦੇ ਹੋਏ ਘਰ ਵਿੱਚ ਦਾਖਲ ਹੋਈ ਅਤੇ ਮੈਂ ਗੁੱਸੇ ਨਾਲ ਲਾਲ ਹੋ ਰਹੀ ਸੀ। ਮੈਂ ਕਿਹਾ, ਮੰਮੀ, ਤੁਸੀਂ ਕਿੱਥੇ ਰਹਿ ਗਏ ਸੀ? ਤੁਹਾਨੂੰ ਮੇਰਾ ਖਿਆਲ ਰੱਖਣਾ ਚਾਹੀਦਾ ਹੈ। ਮੈਂ ਇੰਨੇ ਚਿਰ ਤੋਂ ਤੁਹਾਡਾ ਇੰਤਜ਼ਾਰ ਕਰਦੀ ਕਰਦੀ ਪਾਗਲ ਹੋ ਗਈ ਹਾਂ। ਮੰਮੀ ਨੇ ਕਿਹਾ, ਕੋਮਲ, ਇੰਨੇ ਹੰਝੂ ਵਹਾ ਕੇ ਮੇਰੀ ਖੁਸ਼ੀ ਨਾ ਖਰਾਬ ਕਰ। ਅੱਜ ਮੈਨੂੰ ਘਰ ਆਉਣ ਵਿੱਚ ਇੰਨੀ ਦੇਰ ਲੱਗ ਗਈ ਕਿਉਂਕਿ ਮੈਨੂੰ ਇੱਕ ਬਹੁਤ ਵੱਡੇ ਹੋਟਲ ਵਿੱਚ ਮੈਨੇਜਰ ਦੀ ਨੌਕਰੀ ਮਿਲ ਗਈ ਹੈ। ਹੁਣ ਸਾਡੇ ਦਿਨ ਹੋਰ ਵੀ ਚੰਗੇ ਬਣ ਜਾਣਗੇ। ਮੇਰੀ ਤਨਖਾਹ ਬਹੁਤ ਚੰਗੀ ਹੋਵੇਗੀ ਅਤੇ ਮੈਂ ਦੁਨੀਆ ਦੀਆਂ ਖੁਸ਼ੀਆਂ ਤੁਹਾਡੇ ਚਰਨਾਂ ਵਿੱਚ ਰੱਖਾਂਗੀ। ਮੈਂ ਕਿਹਾ, ਮੰਮੀ, ਤੁਸੀਂ ਮੈਨੂੰ ਪਹਿਲਾਂ ਕੋਈ ਚੀਜ਼ ਦੀ ਕਮੀ ਨਹੀਂ ਛੱਡੀ ਅਤੇ ਹੁਣ ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਬਸ ਹੁਣ ਤੁਹਾਡਾ ਸਾਥ ਚਾਹੁੰਦੀ ਹਾਂ। ਮਾਂ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਖੈਰ, ਮੈਂ ਇਸ ਬਾਰੇ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਮੰਮੀ ਨੇ ਮੈਨੂੰ ਕਿਹਾ ਸੀ ਕਿ ਹੁਣ ਉਹ ਰਾਤ ਦੇਰ ਨਾਲ ਵਾਪਸ ਆਵੇਗੀ। ਇਹ ਸਕੂਲ ਦੁਪਹਿਰ 2 ਵਜੇ ਬੰਦ ਹੋ ਜਾਂਦਾ ਸੀ, ਪਰ ਹੋਟਲ ਵਿੱਚ ਰਾਤ 8 ਵਜੇ ਤੱਕ ਡਿਊਟੀ ਤੇ ਰਹਿਣਾ ਪੈਂਦਾ ਸੀ। ਇਸੇ ਲਈ ਉਸ ਨੇ ਮੇਰੇ ਲਈ ਨੌਕਰਾਨੀ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ। ਮੈਂ ਇਸ ਗੱਲ ਤੇ ਕਾਫੀ ਰੌਲਾ ਵੀ ਪਾਇਆ ਸੀ
ਕਿ ਮਾਂ ਪਹਿਲਾਂ ਮੇਰੇ ਪਿਤਾ ਨੂੰ ਮੇਰੇ ਕੋਲੋਂ ਖੋਹ ਲਿਆ ਗਿਆ ਅਤੇ ਹੁਣ ਮੇਰੀ ਮਾਂ ਵੀ ਦੂਰ ਚਲੀ ਜਾਵੇਗੀ। ਮੈਂ ਆਪਣੀ ਸਾਰੀ ਉਮਰ ਨੌਕਰਾਨੀ ਨਾਲ ਕਿਵੇਂ ਜੀਵਾਂਗੀ। ਅੱਜ ਪਹਿਲੀ ਵਾਰ ਮੈਂ ਮੰਮੀ ਦੇ ਚਿਹਰੇ ਤੇ ਉਦਾਸੀ ਦੇਖੀ। ਉਸਨੇ ਕਿਹਾ, ਮੈਂ ਤੁਹਾਡੇ ਪਿਤਾ ਨੂੰ ਤੁਹਾਡੇ ਕੋਲੋਂ ਨਹੀਂ ਖੋਇਆ। ਕੀ ਤੁਸੀਂ ਆਪਣੇ ਪਿਤਾ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਸੱਚ ਮੰਨਦੇ ਹੋ? ਕੀ ਤੁਸੀਂ ਸੋਚਦੇ ਹੋ ਕਿ ਮੈਂ ਗਲਤ ਸੀ? ਮੈਂ ਨਾਂ 'ਚ ਸਿਰ ਹਿਲਾਇਆ ਅਤੇ ਕਿਹਾ, ਮੰਮੀ ਮੈਨੂੰ ਤੁਹਾਡੇ ਤੇ ਸ਼ੱਕ ਨਹੀਂ ਹੈ। ਮੈਂ ਤੁਹਾਡੀ ਨੌਕਰੀ ਕਰਕੇ ਚਿੰਤਤ ਹਾਂ। ਮੰਮੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਸੀ। ਜਦੋਂ ਕਿ ਮੇਰੇ ਲਈ ਅਤੀਤ ਤਾਜ਼ਾ ਹੋ ਗਿਆ ਸੀ। ਮੈਨੂੰ ਉਹ ਦਿਨ ਅਜੇ ਵੀ ਯਾਦ ਸੀ ਜਦੋਂ ਪਿਤਾ ਨੇ ਮਾਂ ਨੂੰ ਤਲਾਕ ਦਿੱਤਾ ਸੀ। ਪਾਪਾ ਨੇ ਮੰਮੀ ਨੂੰ ਕਿਹਾ, ਤੁਸੀਂ ਇੱਕ ਚਰਿੱਤਰਹੀਣ ਔਰਤ ਹੋ। ਅਤੇ ਇਹ ਕਿਸ ਦੀ ਫੋਟੋ ਸੀ ਜਿਸ ਨੂੰ ਮਾਂ ਨੇ ਉਸੇ ਸਮੇਂ ਸਾੜ ਦਿੱਤਾ ਸੀ। ਜਦੋਂ ਤੋਂ ਅਸੀਂ ਦਿੱਲੀ ਆਏ ਮੰਮੀ ਦਾ ਰੰਗ ਬਦਲ ਗਿਆ ਸੀ। ਮੰਮੀ ਇੱਥੇ ਕਿਸੇ ਨੂੰ ਜਾਣਦੀ ਵੀ ਨਹੀਂ ਸੀ। ਫਿਰ ਇਹ ਕੌਣ ਸੀ ਜੋ ਸਾਡੇ ਲਈ ਸਭ ਕੁਝ ਕਰ ਰਿਹਾ ਸੀ? ਉਹ ਆਦਮੀ ਕੌਣ ਸੀ ਜਿਸ ਨੂੰ ਮੈਂ ਅਕਸਰ ਆਪਣੀ ਮਾਂ ਨਾਲ ਦੇਖਿਆ ਸੀ? ਹੁਣ ਮੈਂ ਵੀ ਜਵਾਨ ਹੋ ਗਈ ਸੀ। ਹੁਣ ਜ਼ਿੰਦਗੀ ਦਾ ਨਵਾਂ ਇਮਤਿਹਾਨ ਸ਼ੁਰੂ ਹੋ ਗਿਆ ਸੀ। ਮੰਮੀ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਗਈ ਸੀ। ਮੇਰੇ 10ਵੀਂ ਜਮਾਤ ਦੇ ਇਮਤਿਹਾਨ ਨੇੜੇ ਆ ਗਏ ਸਨ। ਇੰਨੇ ਦਿਨ ਬੀਤ ਗਏ ਸੀ ਮੈਂ ਮਾਂ ਨਾਲ ਗੱਲ ਵੀ ਨਹੀਂ ਕੀਤੀ ਸੀ। ਮੇਰੇ ਇਮਤਿਹਾਨ ਖਤਮ ਹੋਣ ਤੋਂ ਬਾਅਦ ਇੱਕ ਦਿਨ ਜਦੋਂ ਮੇਰੀ ਮਾਂ ਕੰਮ ਤੋਂ ਵਾਪਸ ਆਈ ਤਾਂ ਉਹ ਬਹੁਤ ਥੱਕੀ ਹੋਈ ਸੀ। ਮੈਂ ਕਿਹਾ, ਮੰਮੀ ਤੁਸੀਂ ਇਹ ਕੰਮ ਛੱਡ ਦਿਓ। ਮੈਨੂੰ ਤੁਹਾਡੇ ਬਿਨਾਂ ਰਹਿਣਾ ਚੰਗਾ ਨਹੀਂ ਲੱਗਦਾ। ਫਿਰ ਮੰਮੀ ਨੇ ਮੇਰਾ ਹੱਥ ਫੜਿਆ ਅਤੇ ਕਿਹਾ, ਕੋਮਲ ਤੈਨੂੰ ਪਤਾ ਹੈ ਦੂਜੇ ਦੇਸ਼ਾਂ ਵਿੱਚ ਜਦੋਂ ਬੱਚੇ ਇਮਤਿਹਾਨਾਂ ਤੋਂ ਵਿਹਲੇ ਹੁੰਦੇ ਹਨ ਤਾਂ ਉਹ ਸਮਾਂ ਪਾਸ ਕਰਨ ਲਈ ਛੋਟੀਆਂ-ਛੋਟੀਆਂ ਨੌਕਰੀਆਂ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਕੰਮ ਕਰਨ ਦਾ ਤਜਰਬਾ ਵੀ ਮਿਲਦਾ ਹੈ। ਜੇਕਰ ਤੁਹਾਨੂੰ ਇਹ ਵਿਚਾਰ ਪਸੰਦ ਹੈ ਤਾਂ ਮੈਨੂੰ ਦੱਸੋ, ਮੈਂ ਤੁਹਾਨੂੰ ਇੱਕ ਹੋਟਲ ਵਿੱਚ ਨੌਕਰੀ ਦਿਵਾ ਦੇਵਾਂਗੀ। ਮੈਂ ਵੀ ਮੰਮੀ ਨਾਲ ਹੋਟਲ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੀ ਸੀ। ਇਸ ਲਈ ਮੈਂ ਮੰਨ ਗਈ ਅਤੇ ਕਿਹਾ, ਮੰਮੀ ਇਹ ਬਹੁਤ ਚੰਗੀ ਗੱਲ ਹੈ। ਮੰਮੀ ਮੇਰੀ ਗੱਲ ਤੋਂ ਖੁਸ਼ ਹੋ ਗਈ ਅਤੇ ਫਿਰ ਅਗਲੇ ਦਿਨ ਉਸਨੇ ਹੋਟਲ ਵਿੱਚ ਮੇਰੇ ਕੰਮ ਬਾਰੇ ਗੱਲ ਕੀਤੀ। ਕਿਉਂਕਿ 2-3 ਦਿਨਾਂ ਬਾਅਦ ਮੈਂ ਮੰਮੀ ਨਾਲ ਹੋਟਲ ਜਾਣਾ ਸ਼ੁਰੂ ਕਰ ਦਿੱਤਾ। ਮੰਮੀ ਇਸ ਹੋਟਲ ਦੀ ਮੈਨੇਜਰ ਸੀ। ਸਾਰੇ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਮੇਰੇ ਕੋਲ ਕੋਈ ਤਜਰਬਾ ਨਹੀਂ ਸੀ, ਇਸ ਲਈ ਮੈਨੂੰ ਵਧੀਆ ਨੌਕਰੀ ਮਿਲੀ। ਮੈਂ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੀ ਸੀ। ਜ਼ਿੰਦਗੀ ਦਾ ਇੱਕ ਨਵਾਂ ਪਹਿਲੂ ਮੇਰੇ ਸਾਹਮਣੇ ਖੁੱਲ੍ਹ ਗਿਆ ਸੀ। ਜੋ ਕੁੜੀਆਂ ਇੱਥੇ ਕੰਮ ਕਰਦੀਆਂ ਸੀ ਉਹ ਆਪਣੇ ਘਰਾਂ ਦੇ ਹਾਲਾਤਾਂ ਕਾਰਨ ਬੇਵੱਸ ਸੀ। ਹੋਟਲ ਵਿੱਚ ਜੋ ਕੁੜੀਆਂ ਮੌਜੂਦ ਸਨ ਪੂਰਾ ਘਰ ਦਾ ਖਰਚਾ ਚਲਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਸੀ। ਕਈ ਕੁੜੀਆਂ ਨਾਲ ਮੇਰੀ ਦੋਸਤੀ ਵੀ ਹੋ ਗਈ ਸੀ। ਅਸੀਂ ਸਾਰੇ ਇਕੱਠੇ ਦੁਪਹਿਰ ਦਾ ਖਾਣਾ ਖਾਂਦੇ ਸੀ। ਮਾਂ ਵੀ ਮੇਰੇ ਕੰਮ ਤੋਂ ਬਹੁਤ ਖੁਸ਼ ਸੀ। ਉਹ ਕਹਿੰਦੀ ਹੈ, ਬੇਟਾ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੂੰ ਸਾਰਿਆਂ ਦੇ ਨਾਲ ਘੁਲ ਮਿਲ ਗਈ ਹੈ। ਮੈਨੂੰ ਤੁਹਾਡਾ ਇਹ ਵਿਵਹਾਰ ਬਹੁਤ ਪਸੰਦ ਹੈ। ਤੁਸੀਂ ਕਦੇ ਵੀ ਕਿਸੇ ਤੇ ਗੁੱਸਾ ਨਹੀਂ ਹੁੰਦੇ ਕਿਉਂਕਿ ਤੁਸੀਂ ਮੈਨੇਜਰ ਦੀ ਧੀ ਹੋ। ਮਾਂ ਦੀ ਗੱਲ ਸੁਣ ਮੈਂ ਵੀ ਮੁਸਕਰਾ ਪੈਂਦੀ ਸੀ। ਇੱਕ ਦਿਨ ਮੰਮੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ, ਕੋਮਲ ਅੱਜ ਸਫਾਈ ਕਰਨ ਵਾਲੀ ਔਰਤ ਨਹੀਂ ਆਈ ਅਤੇ ਅਸੀਂ ਤੁਰੰਤ ਕਮਰਾ ਨੰਬਰ 10 ਸਾਫ਼ ਕਰਨਾ ਹੈ। ਇਸ ਲਈ ਤੁਸੀਂ ਇਸ ਨੂੰ ਸਾਫ਼ ਕਰ ਦਿਓਗੇ। ਮੈਂ ਕਿਸੇ ਹੋਰ ਨੂੰ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਉਹ ਕਮਰਾ ਬਹੁਤ ਖਾਸ ਕਮਰਾ ਹੈ। ਮੈਂ ਕਿਹਾ, ਮੰਮੀ ਮੈਂ ਕਰ ਦੇਵਾਂਗੀ। ਜਦੋਂ ਮੈਂ ਜਾਣ ਲੱਗੀ ਤਾਂ ਮੰਮੀ ਨੇ ਮੇਰਾ ਹੱਥ ਫੜ ਕੇ ਮੈਨੂੰ ਰੋਕ ਲਿਆ। ਉਸਨੇ ਕਿਹਾ, ਬੇਟਾ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਰੂਮ ਤੁਸੀਂ ਸਾਫ਼ ਕੀਤਾ ਹੈ ਕਿਉਂਕਿ ਇਹ ਰੂਮ ਸਾਫ਼ ਕਰਨ ਵਾਲੀ ਲੜਕੀ ਦੀ ਮਾਂ ਅਚਾਨਕ ਬਿਮਾਰ ਹੋ ਗਈ ਹੈ ਅਤੇ ਘਰ ਚਲੀ ਗਈ ਹੈ। ਇਸ ਕਮਰੇ ਦੇ ਮਾਲਕ ਨੂੰ ਕਿਸੇ ਹੋਰ ਦੀ ਸਫਾਈ ਪਸੰਦ ਨਹੀਂ ਆਉਂਦੀ। ਜੇਕਰ ਉਸ ਨੂੰ ਪਤਾ ਲੱਗਾ ਕਿ ਉਸ ਰੂਮ ਦੀ ਸਫਾਈ ਕਿਸੇ ਹੋਰ ਕੁੜੀ ਨੇ ਕੀਤੀ ਹੈ ਉਹ ਹੰਗਾਮਾ ਮਚਾ ਦੇਵੇਗਾ। ਹੋਟਲ ਮਾਲਕ ਨਹੀਂ ਚਾਹੁੰਦਾ ਕਿ ਉਸ ਦਾ ਗ੍ਰਾਹਕ ਨਾਰਾਜ਼ ਹੋ। ਮਾਂ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਸੋਚਿਆ ਕਿ ਮਾਂ ਇਹ ਮੈਨੂੰ ਕਿਉਂ ਕਹਿ ਰਹੀ ਸੀ। ਮੈਂ ਮੰਮੀ ਤੋਂ ਕਮਰੇ ਦੀਆਂ ਚਾਬੀਆਂ ਲੈ ਕੇ ਅੰਦਰ ਚਲੀ ਗਈ। ਮੈਂ ਅਚਨਚੇਤ ਕਮਰੇ ਦੇ ਆਲੇ ਦੁਆਲੇ ਝਾਤੀ ਮਾਰ ਰਹੀ ਸੀ ਕਿ ਕੰਮ ਕਿੱਥੋਂ ਸ਼ੁਰੂ ਕਰਾਂ ਅਤੇ ਫਿਰ ਅਚਾਨਕ ਸਾਰੇ ਕਮਰੇ ਵਿੱਚ ਹਨੇਰਾ ਹੋ ਗਿਆ ਅਤੇ ਫਿਰ ਮੈਨੂੰ ਕਿਸੇ ਦੇ ਮਜ਼ਬੂਤ ਹੱਥਾਂ ਦੀ ਪਕੜ ਮਹਿਸੂਸ ਹੋਈ। ਉਹ ਮੇਰੇ ਮੂੰਹ ਤੇ ਹੱਥ ਰੱਖ ਕੇ ਮੇਰੀਆਂ ਚੀਕਾਂ ਦਬਾ ਰਿਹਾ ਸੀ ਅਤੇ ਫਿਰ ਤਬਾਹੀ ਮੇਰੇ ਉੱਪਰੋਂ ਲੰਘ ਗਈ। ਮੈਂ ਖਿੜਕੀ ਤੋਂ ਆਉਂਦੀ ਰੋਸ਼ਨੀ ਵਿੱਚ ਆਦਮੀ ਦਾ ਚਿਹਰਾ ਦੇਖਿਆ। ਇੱਕ 40-50 ਸਾਲ ਦਾ ਆਦਮੀ ਸੀ ਜਿਸ ਦੀਆਂ ਵੱਡੀਆਂ ਮੁੱਛਾਂ ਸੀ। ਬਾਹਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਮੇਰੇ ਨਾਲ ਅੰਦਰ ਕੀ ਹੋ ਰਿਹਾ ਹੈ। ਜਿਸ ਆਦਮੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਉਹ ਆਪਣਾ ਕੰਮ ਖਤਮ ਕਰਕੇ ਕਮਰਾ ਛੱਡ ਕੇ ਚਲਾ ਗਿਆ ਸੀ ਅਤੇ ਫਿਰ ਮੈਂ ਕਮਰੇ ਤੋਂ ਬਾਹਰ ਆ ਗਈ। ਮੇਰਾ ਸਾਰਾ ਸਰੀਰ ਕੰਬ ਰਿਹਾ ਸੀ। ਜਦੋਂ ਮੰਮੀ ਨੇ ਮੈਨੂੰ ਦੇਖਿਆ ਉਹ ਮੇਰਾ ਹੱਥ ਫੜ ਕੇ ਇੱਕ ਕਮਰੇ ਵਿੱਚ ਲੈ ਗਈ। ਉਸਨੇ ਕਿਹਾ, ਕੀ ਗੱਲ ਹੈ ਕੋਮਲ,
ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਮੈਂ ਰੋਂਦੇ ਹੋਏ ਮਾਂ ਨੂੰ ਸਾਰੀ ਗੱਲ ਦੱਸੀ। ਮੈਨੂੰ ਲੱਗ ਰਿਹਾ ਸੀ ਕਿ ਜਦੋਂ ਮਾਂ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਉਹ ਸਾਰੇ ਹੋਟਲ ਵਿੱਚ ਰੌਲਾ ਪਾ ਦੇਵੇਗੀ। ਉਹ CCTV ਕੈਮਰੇ ਦਾ ਸਾਰਾ ਰਿਕਾਰਡ ਚੈੱਕ ਕਰੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੇਰੇ ਤੋਂ ਪਹਿਲਾਂ ਉਸ ਕਮਰੇ ਵਿੱਚ ਕੌਣ-ਕੌਣ ਗਿਆ ਸੀ। ਉਹ ਮੇਰੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਵੇਗੀ। ਪਰ ਮਾਂ ਨੇ ਜਿਵੇਂ ਹੀ ਮੇਰੀ ਗੱਲ ਸੁਣੀ, ਉਸਨੇ ਮੇਰੇ ਮੂੰਹ ਤੇ ਹੱਥ ਰੱਖ ਕੇ ਕਿਹਾ, ਕੋਮਲ, ਤੈਨੂੰ ਮੇਰੇ ਸਿਰ ਦੀ ਸਹੁੰ, ਇਸ ਗੱਲ ਨੂੰ ਕਿਸੇ ਦੇ ਸਾਹਮਣੇ ਨਾ ਲਿਆਉਣਾ। ਇਸ ਗੱਲ ਨੂੰ ਭੁੱਲ ਜਾ। ਜੇਕਰ ਇਹ ਮਾਮਲਾ ਸਾਰਿਆਂ ਦੇ ਸਾਹਮਣੇ ਆਇਆ ਤਾਂ ਸਾਨੂੰ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਸਾਡੀ ਦੋਹਾਂ ਦੀ ਬੇਇੱਜ਼ਤੀ ਹੋਵੇਗੀ। ਲੋਕੀ ਮੁਜਰਮ ਨੂੰ ਦੋਸ਼ੀ ਨਹੀਂ ਠਹਿਰਾਉਣਗੇ। ਤੁਹਾਨੂੰ ਸਵਾਲਾਂ ਅਤੇ ਜਵਾਬਾਂ ਦੇ ਘੇਰੇ ਵਿੱਚ ਲੈ ਆਉਣਗੇ ਕਿ ਤੁਸੀਂ ਉਸ ਕਮਰੇ ਵਿੱਚ ਕਿਉਂ ਗਏ ਸੀ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਡਰ ਗਈ, ਇਸ ਲਈ ਮੈਂ ਵੀ ਚੁੱਪ ਰਹੀ। ਮੰਮੀ ਨੇ ਇਹ ਦਿਖਾਵਾ ਕੀਤਾ ਕਿ ਮੈਂ ਹੋਟਲ ਵਿੱਚ ਬਿਮਾਰ ਸੀ ਅਤੇ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਈ। ਉਹਨਾਂ ਨੇ ਮੇਰੀ ਡਾਕਟਰੀ ਮੁਆਇਨਾ ਕਰਵਾਇਆ, ਜਿਸ ਤੋਂ ਸਾਬਤ ਹੋਇਆ ਕਿ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਮੈਂ ਕਿਹਾ, ਸਾਨੂੰ ਥਾਣੇ ਜਾਣਾ ਚਾਹੀਦਾ ਹੈ। ਮੰਮੀ ਕਹਿਣ ਲੱਗੀ ਕਿ ਉਹ ਤੁਹਾਨੂੰ ਅਜੇ ਸਵਾਲ ਪੁੱਛਣਗੇ ਕਿ ਤੁਸੀਂ ਸ਼ਰਮ ਨਾਲ ਪਾਣੀ ਹੋ ਜਾਵੋਗੇ। ਚੁੱਪ ਰਹਿਣਾ ਹੀ ਬਿਹਤਰ ਹੈ। ਅਸੀਂ ਦੋਵੇਂ ਮਾਂ ਧੀ ਘਰ ਆ ਗਏ ਸੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਅਤੇ ਆਪਣੀ ਬੇਬਸੀ ਬਾਰੇ ਸੋਚਣ ਲੱਗੀ। ਮੈਂ ਇੰਨੀ ਬੇਵੱਸ ਸੀ ਕਿ ਮੈਂ ਉਸ ਨੂੰ ਇਹ ਸਭ ਕਰਨ ਤੋਂ ਰੋਕ ਨਹੀਂ ਸਕੀ ਅਤੇ ਹੁਣ ਮੈਂ ਉਸ ਨੂੰ ਸਜ਼ਾ ਦਿਵਾਉਣ ਦੇ ਯੋਗ ਵੀ ਨਹੀਂ ਸੀ। ਉਹ ਖੁੱਲਾ ਘੁੰਮ ਰਿਹਾ ਸੀ। ਜੇ ਮੈਂ ਆਵਾਜ਼ ਉਠਾਈ ਹੁੰਦੀ ਤਾਂ ਉਸ ਲੱਖਾਂ ਪਿੱਛੇ ਹੁੰਦਾ, ਪਰ ਮੈਂ ਵੀ ਕੀ ਕਰਦੀ। ਮੰਮੀ ਨੇ ਮੈਨੂੰ ਕਿਹਾ ਸੀ ਕਿ ਮੈਂ ਇਸ ਮਾਮਲੇ ਦਾ ਆਪਣੇ ਤਰੀਕੇ ਨਾਲ ਪਤਾ ਲਗਾ ਲਵਾਂਗੀ। ਤੁਸੀਂ ਕਿਸੇ ਨੂੰ ਨਹੀਂ ਦੱਸਣਾ। ਮੈਂ ਖੁਦ ਦੋਸ਼ੀ ਨੂੰ ਸਜ਼ਾ ਦਿਵਾਵਾਂਗੀ। ਬਸ ਸਬਰ ਰੱਖ ਅਤੇ ਰੱਬ ਅੱਗੇ ਅਰਦਾਸ ਕਰ ਕਿ ਮੈਂ ਜਲਦੀ ਤੋਂ ਜਲਦੀ ਤੁਹਾਡੇ ਦੋਸ਼ੀ ਨੂੰ ਫੜ ਲਵਾਂ। ਮੈਂ ਰੋਂਦੀ ਰੋਂਦੀ ਰੱਬ ਅੱਗੇ ਅਰਦਾਸ ਕਰਦੀ ਕਿ ਮੇਰੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਜੇ ਦੋਸ਼ੀ ਫੜਿਆ ਗਿਆ ਤਾਂ ਉਸ ਨੂੰ ਮੇਰੇ ਸਾਹਮਣੇ ਬੇਨਕਾਬ ਜ਼ਰੂਰ ਕਰਨਾ। ਪਰ ਮੈਨੂੰ ਕਿਵੇਂ ਪਤਾ ਸੀ ਕਿ ਦੋਸ਼ੀ ਦੀ ਅਸਲੀਅਤ ਜਾਣਨ ਤੋਂ ਬਾਅਦ ਮੈਂ ਰਿਸ਼ਤਿਆਂ ਤੇ ਭਰੋਸਾ ਕਰਨਾ ਛੱਡ ਦੇਵਾਂ। ਇੱਕ ਰਾਤ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਬਹੁਤ ਬੇਚੈਨ ਮਹਿਸੂਸ ਕਰ ਰਹੀ ਸੀ। ਮੈਂ ਮੰਮੀ ਦੇ ਕਮਰੇ ਵਿੱਚ ਜਾ ਕੇ ਉਸ ਨਾਲ ਗੱਲ ਕਰਨ ਅਤੇ ਉਸ ਨੂੰ ਦੱਸਣ ਬਾਰੇ ਸੋਚਿਆ ਕਿ ਮੈਂ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੀ ਹਾਂ। ਇਸ ਲਈ ਮੈਂ ਮਾਂ ਦੇ ਕਮਰੇ ਵੱਲ ਗਈ ਤਾਂ ਜਿਵੇਂ ਹੀ ਮੈਂ ਦਰਵਾਜ਼ੇ ਕੋਲ ਪਹੁੰਚੀ, ਮੈਨੂੰ ਅੰਦਰੋਂ ਇੱਕ ਮਰਦਾਨਾ ਆਵਾਜ਼ ਸੁਣਾਈ ਦਿੱਤੀ। ਮੇਰੇ ਅੱਗੇ ਵਧਦੇ ਕਦਮ ਅਚਾਨਕ ਰੁਕ ਗਏ। ਉਸੇ ਸਮੇਂ ਮੰਮੀ ਦੇ ਕਮਰੇ ਵਿੱਚੋਂ ਮਰਦਾਨਾ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਸਨ। ਮੈਂ ਅੰਦਰ ਝਾਤੀ ਮਾਰ ਕੇ ਦੇਖਿਆ ਤਾਂ ਮੈਂ ਸਾਹ ਲੈਣਾ ਹੀ ਭੁੱਲ ਗਈ ਸੀ। ਮੇਰੇ ਹੋਸ਼ ਉੱਡ ਗਏ ਸਨ। ਕਮਰੇ ਵਿੱਚ ਹੋਰ ਕੋਈ ਨਹੀਂ ਸੀ, ਸਗੋਂ ਉਹੀ ਆਦਮੀ ਸੀ ਜਿਸ ਨੇ ਮੇਰੀ ਇੱਜ਼ਤ ਲੁੱਟ ਲਈ ਸੀ ਅਤੇ ਉਸ ਦੇ ਨਾਲ ਉਹ ਆਦਮੀ ਵੀ ਸੀ ਜਿਸ ਨੇ ਪਹਿਲੇ ਦਿਨ ਇਸ ਘਰ ਦੀਆਂ ਚਾਬੀਆਂ ਮੇਰੀ ਮਾਂ ਦੇ ਹੱਥ ਵਿੱਚ ਰੱਖੀਆਂ ਸਨ। ਮੈਂ ਝੱਟ ਮੰਮੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲੀ ਗਈ। ਜਦੋਂ ਉਹਨਾਂ ਤਿੰਨਾਂ ਨੇ ਮੇਰੇ ਵੱਲ ਦੇਖਿਆ ਤਾਂ ਉਹ ਘਬਰਾ ਗਏ। ਮੈਂ ਆਪਣੇ ਦੋਸ਼ੀ ਦੇ ਸਾਹਮਣੇ ਖੜੀ ਹੋ ਗਈ। ਮੈਂ ਉਸ ਨੂੰ ਉਸਦੇ ਕਾਲਰ ਤੋਂ ਫੜ ਲਿਆ ਅਤੇ ਫਿਰ ਉਸਦੇ ਮੂੰਹ ਤੇ ਥੱਪੜ ਮਾਰੀ। ਮੈਂ ਉਸ ਨੂੰ ਚੀਕ ਕੇ ਕਿਹਾ, ਤੁਸੀਂ ਮੇਰੇ ਨਾਲ ਇਹ ਸਭ ਕਿਉਂ ਕੀਤਾ? ਮੈਂ ਤੁਹਾਡਾ ਕੀ ਨੁਕਸਾਨ ਕੀਤਾ ਸੀ? ਦੂਜੇ ਵਿਅਕਤੀ ਨੇ ਮੇਰੇ ਦੋਸ਼ੀ ਨੂੰ ਕੁੱਟਿਆ ਅਤੇ ਉਹ ਉਸ ਨੂੰ ਕਾਲਰ ਫੜ ਕੇ ਬਾਹਰ ਲੈ ਗਈ। ਜਦੋਂ ਕਿ ਮਾਂ ਅਤੇ ਮੈਂ ਕਮਰੇ ਵਿੱਚ ਹੀ ਰਹਿ ਗਏ। ਮੰਮੀ ਮੇਰੇ ਤੋਂ ਨਜ਼ਰਾਂ ਚੁਰਾ ਰਹੀ ਸੀ। ਮੈਂ ਮੰਮੀ ਨੂੰ ਕਿਹਾ, ਰਾਤ ਦੇ 2 ਵੱਜ ਚੁੱਕੇ ਹਨ ਅਤੇ ਤੁਸੀਂ ਮੇਰੇ ਇਸ ਅਪਰਾਧੀ ਨੂੰ ਇਸ ਸਮੇਂ ਆਪਣੇ ਕਮਰੇ ਵਿੱਚ ਕਿਉਂ ਰੱਖਿਆ ਹੈ? ਤੁਸੀਂ ਉਸ ਨੂੰ ਅਜੇ ਤੱਕ ਸਜ਼ਾ ਕਿਉਂ ਨਹੀਂ ਦਿੱਤੀ? ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਜਦੋਂ ਕਿ ਅੱਜ ਮੈਨੂੰ ਆਪਣੀ ਮਾਂ ਦੇ ਚਿਹਰੇ ਅਤੇ ਉਹਨਾਂ ਦੇ ਹੰਝੂਆਂ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਸੀ। ਮੰਮੀ ਕਹਿਣ ਲੱਗੀ, ਕੋਮਲ, ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਮੈਂ ਉਸ ਸਮੇਂ ਸਿਰਫ 15 ਸਾਲਾਂ ਦੀ ਸੀ ਜਦੋਂ ਮੈਨੂੰ ਤੁਹਾਡੇ ਪਿਤਾ ਦੀ ਵਹੁਟੀ ਵਜੋਂ ਵਿਦਾ ਕੀਤਾ ਗਿਆ ਸੀ। ਮੈਂ ਆਪਣੇ ਮਾਪਿਆਂ ਦਾ ਘਰ ਛੱਡਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਪਰ ਮੈਂ ਕੀ ਕਰ ਸਕਦੀ ਸੀ? ਮੇਰੇ ਮਾਤਾ ਪਿਤਾ ਬਹੁਤ ਅਮੀਰ ਲੋਕ ਸਨ, ਪਰ ਉਹਨਾਂ ਨੇ ਮੈਨੂੰ ਕੋਈ ਦਾਜ ਨਹੀਂ ਦਿੱਤਾ। ਮੈਨੂੰ ਸਿਰਫ ਥੋੜਾ ਜਿਹਾ ਸਮਾਨ ਹੀ ਦਿੱਤਾ ਸੀ, ਕਿਉਂਕਿ ਮੇਰੇ ਪਿਤਾ ਜੀ ਦਾਜ ਲੈਣ ਅਤੇ ਦੇਣ ਦੇ ਸਖਤ ਖਿਲਾਫ ਸਨ। ਤੁਹਾਡੇ ਪਿਤਾ ਜੀ ਲਾਲਚੀ ਸਨ। ਇੱਕ ਦਿਨ ਤੁਹਾਡੇ ਪਿਤਾ ਜੀ ਕਹਿਣ ਲੱਗੇ, ਮੈਂ ਸਿਰਫ ਪੈਸੇ ਅਤੇ ਦਾਜ ਲਈ ਤੇਰੇ ਨਾਲ ਵਿਆਹ ਕੀਤਾ ਸੀ, ਪਰ ਤੁਸੀਂ ਮੇਰੇ ਕੋਲ ਖਾਲੀ ਹੱਥ ਆਏ ਹੋ। ਤੁਸੀਂ ਆਪਣੇ ਮਾਪਿਆਂ ਦੇ ਘਰ ਜਾ ਕੇ ਆਪਣੇ ਮਾਪਿਆਂ ਤੋਂ ਕਾਰ ਮੰਗੋ। ਮੈਂ ਤੇਰੇ ਪਿਤਾ ਨੂੰ ਕਿਹਾ ਕਿ ਇਹ ਠੀਕ ਨਹੀਂ ਹੈ, ਪਰ ਤੇਰੇ ਪਿਤਾ ਨੇ ਮੈਨੂੰ ਤਲਾਕ ਦੀ ਧਮਕੀ ਦਿੱਤੀ।
ਮੈਂ ਮਜਬੂਰ ਹੋ ਕੇ ਆਪਣੇ ਪਿਤਾ ਕੋਲ ਜਾ ਕੇ ਸਾਰੀ ਗੱਲ ਦੱਸੀ। ਪਾਪਾ ਨੇ ਕਿਹਾ, ਬੇਟੀ ਮੈਨੂੰ ਮਾਫ ਕਰੀ, ਮੈਂ ਤੇਰੇ ਲਈ ਅਜੇ ਲਾਲਚੀ ਆਦਮੀ ਨੂੰ ਚੁਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜਦੋਂ ਮੈਂ ਚੁੱਪ ਰਹੀ ਤਾਂ ਪਾਪਾ ਨੇ ਕਿਹਾ, ਜੇ ਮੈਂ ਅੱਜ ਤੁਹਾਡੇ ਪਤੀ ਦੀ ਗੱਲ ਮੰਨਦਾ ਹਾਂ ਤਾਂ ਉਹ ਅਗਲੀ ਵਾਰ ਫਿਰ ਤੁਹਾਨੂੰ ਮੇਰੇ ਕੋਲ ਭੇਜੇਗਾ ਅਤੇ ਪੂਰੀ ਜ਼ਿੰਦਗੀ ਤੇਰੇ ਤੋਂ ਸਮਾਨ ਮੰਗਵਾਉਂਦਾ ਰਹੇਗਾ। ਮੈਂ ਅਤੇ ਤੇਰੀ ਮਾਂ ਤਾਂ ਮੰਗ ਪੂਰੀ ਕਰਦੇ ਹੋਏ ਮਰ ਜਾਵਾਂਗੇ ਤੇ ਸਾਡੇ ਮਰਨ ਤੋਂ ਬਾਅਦ ਤੇਰਾ ਕੀ ਹੋਵੇਗਾ? ਤੇਰਾ ਭਰਾ ਇਹ ਸਭ ਕਦੇ ਨਹੀਂ ਕਰੇਗਾ ਤਾਂ ਤੇਰਾ ਪਤੀ ਤੇਰੀ ਜ਼ਿੰਦਗੀ ਨਰਕ ਬਣਾ ਦੇਵੇਗਾ। ਤੁਸੀਂ ਅੱਜ ਹੀ ਜਾ ਕੇ ਉਸ ਨੂੰ ਇਨਕਾਰ ਕਰ ਦਿਓ। ਮੈਂ ਸਮਝ ਗਈ ਜੋ ਪਿਤਾ ਜੀ ਨੇ ਕਿਹਾ ਅਤੇ ਮੈਂ ਉਹੀ ਕੀਤਾ। ਪਰ ਤੁਹਾਡਾ ਪਿਤਾ ਜੀ ਬਹੁਤ ਬੇਸ਼ਰਮ ਅਤੇ ਲੇਖਾ ਝੋਖਾ ਕਰਨ ਵਾਲਾ ਵਿਅਕਤੀ ਸੀ। ਜਦੋਂ ਗੱਲ ਅਸਲ ਵਿੱਚ ਤਲਾਕ ਤੱਕ ਪਹੁੰਚ ਗਈ ਤਾਂ ਮੇਰੇ ਪਿਤਾ ਜੀ ਨੇ ਉਸ ਦੀ ਮੰਗ ਮੰਨ ਲਈ। ਤੁਹਾਡੇ ਪਿਤਾ ਜੀ ਤੁਹਾਨੂੰ ਜੋ ਵੀ ਐਸ਼ੋ ਆਰਾਮ ਕਰਵਾਉਂਦੇ ਸਨ ਉਹ ਸਭ ਕੁਝ ਮੇਰੇ ਪਿਤਾ ਦੇ ਘਰੋਂ ਹੀ ਆਇਆ ਸੀ ਅਤੇ ਫਿਰ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ। ਫਿਰ ਇੱਕ ਦਿਨ ਤੇਰੇ ਪਿਤਾ ਜੀ ਨੇ ਮੈਨੂੰ ਇੱਕ ਲੰਮੀ ਲਿਸਟ ਦਿੱਤੀ ਅਤੇ ਮੈਨੂੰ ਮੇਰੇ ਭਰਾਵਾਂ ਦੇ ਘਰ ਭੇਜ ਦਿੱਤਾ। ਹੁਣ ਜਦੋਂ ਮੇਰੇ ਭਰਾਵਾਂ ਨੇ ਤੇਰੇ ਪਿਤਾ ਜੀ ਦੀ ਮੰਗ ਪੂਰੀ ਕਰਨ ਤੋਂ ਨਾ ਕਰ ਦਿੱਤੀ ਤਾਂ ਤੇਰੇ ਪਿਤਾ ਜੀ ਨੇ ਮੇਰੇ ਤੇ ਗਲਤ ਇਲਜ਼ਾਮ ਲਗਾ ਕੇ ਮੈਨੂੰ ਤਲਾਕ ਦੇ ਦਿੱਤਾ ਤੇ ਜੋ ਤਸਵੀਰ ਮੈਂ ਉਸ ਦਿਨ ਸਾੜੀ ਸੀ ਉਹ ਤੇਰੇ ਪਿਤਾ ਜੀ ਨੇ ਮੇਰੀ ਤੇ ਕਿਸੇ ਹੋਰ ਬੰਦੇ ਦੀ ਮਿਲ ਕੇ ਬਣਾਈ ਅਤੇ ਉਹ ਸਭ ਝੂਠੀ ਸੀ। ਉਹ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਬਲੈਕਮੇਲ ਕਰਨਾ ਚਾਹੁੰਦਾ ਸੀ ਪਰ ਮੈਂ ਹੁਣ ਥੱਕ ਗਈ ਸੀ, ਇਸ ਲਈ ਮੈਂ ਬਹੁਤ ਸਾਰੀਆਂ ਫੋਟੋਆਂ ਸਾੜ ਦਿੱਤੀਆਂ। ਇਸ ਵਾਰ ਤੇਰੇ ਪਿਤਾ ਨੇ ਮੈਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਜਦੋਂ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਕੇ ਦੱਸਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਕੋਲ ਨਾ ਆਉਣਾ। ਇਸ ਲਈ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਾਨੂੰ ਰਹਿਣ ਲਈ ਜਗ੍ਹਾ ਮਿਲੇਗੀ ਜਾਂ ਨਹੀਂ। ਪਰ ਫਿਰ ਮੈਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਪਤਾ ਲੱਗਾ ਕਿ ਉਹ ਸਾਡਾ ਬਹੁਤ ਪੁਰਾਣਾ ਨੌਕਰ ਸੀ। ਉਸਨੇ ਦੱਸਿਆ ਕਿ ਮੇਰੇ ਪਾਪਾ ਨੇ ਆਪਣੀ ਮੌਤ ਤੋਂ ਪਹਿਲਾਂ ਦਿੱਲੀ ਵਾਲਾ ਮਕਾਨ ਮੇਰੇ ਨਾਮ ਕਰ ਦਿੱਤਾ ਸੀ ਅਤੇ ਦਿੱਲੀ ਸ਼ਹਿਰ ਵਿੱਚ 2 ਦੁਕਾਨਾਂ ਵੀ ਮੇਰੇ ਨਾਮ ਕਰ ਦਿੱਤੀਆਂ ਸਨ। ਮੇਰੇ ਪਿਤਾ ਨੇ ਇਹ ਸਾਰੀ ਜਾਇਦਾਦ ਮੇਰੇ ਭਰਾਵਾਂ ਤੋਂ ਛੁਪਾ ਕੇ ਮੇਰੇ ਨਾਮ ਕੀਤੀ ਸੀ ਅਤੇ ਇਹ ਸਾਰੇ ਕਾਗਜ਼ ਮੇਰੇ ਪਾਪਾ ਨੇ ਸਾਡੇ ਇੱਕ ਪੁਰਾਣੇ ਨੌਕਰ ਨੂੰ ਦੇ ਦਿੱਤੇ ਸਨ ਕਿ ਜੇਕਰ ਭਵਿੱਖ ਵਿੱਚ ਮੇਰੀ ਬੇਟੀ ਨੂੰ ਕੋਈ ਖਤਰਾ ਆਵੇ ਤਾਂ ਇਹ ਕਾਗਜ਼ ਮੇਰੀ ਧੀ ਨੂੰ ਦੇ ਦਿਓ। ਮੇਰਾ ਭਰਾ ਬਹੁਤ ਸਖਤ ਸੀ। ਮੈਂ ਆਪਣੇ ਪਾਪਾ ਜੀ ਦੇ ਪੁਰਾਣੇ ਨੌਕਰ ਤੋਂ ਘਰ ਦੀਆਂ ਚਾਬੀਆਂ ਲੈ ਲਈਆਂ ਸਨ ਅਤੇ ਉਹ ਮੈਨੂੰ ਦੁਕਾਨ ਦਾ ਕਿਰਾਇਆ ਵੀ ਦਿੰਦਾ ਸੀ। ਮੈਂ ਤੁਹਾਨੂੰ ਦੁਕਾਨਾਂ ਦੇ ਕਿਰਾਏ ਨਾਲ ਚੰਗੇ ਸਕੂਲ ਵਿੱਚ ਪੜ੍ਹਾਇਆ, ਇਸ ਲਈ ਜਦੋਂ ਸਾਡੇ ਨਾਲ ਇਹ ਹਾਦਸਾ ਵਾਪਰਿਆ ਤਾਂ ਮੈਂ ਡਰ ਗਈ ਸੀ ਅਤੇ ਤੁਹਾਨੂੰ ਚੁੱਪ ਰਹਿਣ ਲਈ ਕਿਹਾ ਸੀ ਕਿਉਂਕਿ ਉੱਥੋਂ ਦੀਆਂ ਚਾਬੀਆਂ ਮੇਰੇ ਕੋਲ ਸਨ। ਫਿਰ ਤੁਹਾਡੇ ਤੋਂ ਪਹਿਲਾਂ ਉੱਥੇ ਕੌਣ ਜਾ ਸਕਦਾ ਸੀ? ਮੈਂ ਆਪਣੇ ਤਰੀਕੇ ਨਾਲ ਪਤਾ ਕੀਤਾ ਅਤੇ ਇਹ ਕੰਮ ਆਪਣੇ ਪਿਤਾ ਦੇ ਨੌਕਰ ਵਿਨੋਦ ਨੂੰ ਸੌਂਪ ਦਿੱਤਾ। ਅੱਜ ਉਹ ਤੁਹਾਡੇ ਦੋਸ਼ੀ ਨੂੰ ਮੇਰੇ ਸਾਹਮਣੇ ਲੈ ਆਇਆ ਸੀ। ਇਹ ਤੁਹਾਡੇ ਆਪਣੇ ਪਿਤਾ ਦੁਆਰਾ ਭੇਜਿਆ ਇੱਕ ਆਦਮੀ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਪਿਤਾ ਜੀ ਨੇ ਮੈਨੂੰ ਜਾਇਦਾਦ ਦੇ ਦਿੱਤੀ ਹੈ ਅਤੇ ਮੈਂ ਉਸ ਦੇ ਬਿਨਾਂ ਬਹੁਤ ਵਧੀਆ ਜੀਵਨ ਬਤੀਤ ਕਰ ਰਹੀ ਹਾਂ। ਇਸ ਲਈ ਤੇਰਾ ਪਿਤਾ ਜੀ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਉਹ ਮੈਨੂੰ ਬਰਬਾਦ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੀ ਹੀ ਧੀ ਦੀ ਇੱਜ਼ਤ ਨੂੰ ਦਾਗਦਾਰ ਕੀਤਾ। ਬਸ ਇਸ ਕਰਕੇ ਹੀ ਉਹ ਮੈਨੂੰ ਜਲੀਲ ਕਰ ਸਕੇ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ। ਮੰਮੀ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਅਗਲੇ ਦਿਨ ਮੈਂ ਥਾਣੇ ਗਈ ਸਿਰਫ ਇਹ ਵੇਖਣ ਲਈ ਕਿ ਮੇਰੀ ਮਾਂ ਨੇ ਜੋ ਕਿਹਾ ਸੀ ਉਹ ਸੱਚ ਕਿਹਾ ਸੀ ਜਾਂ ਝੂਠ। ਪਰ ਮੇਰੀ ਮਾਂ ਨੇ ਜੋ ਵੀ ਕਿਹਾ ਉਹ ਸੱਚ ਸੀ। ਉਸ ਆਦਮੀ ਨੂੰ ਮੇਰੇ ਪਿਤਾ ਨੇ ਭੇਜਿਆ ਸੀ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਕੋਈ ਵਿਅਕਤੀ ਇਸ ਹੱਦ ਤੱਕ ਵੀ ਜਾ ਸਕਦਾ ਹੈ। ਮੇਰੇ ਦੋਸ਼ੀ ਨੂੰ ਕਾਨੂੰਨੀ ਸਜ਼ਾ ਦਿੱਤੀ ਗਈ ਅਤੇ ਮੇਰੇ ਪਿਤਾ ਨੂੰ ਤਾਂ ਰੱਬ ਨੇ ਹੀ ਸਜ਼ਾ ਦੇ ਦਿੱਤੀ ਸੀ ਅਤੇ ਉਸ ਨੂੰ ਤਾਂ ਅਧਰੰਗ ਹੋ ਗਿਆ ਸੀ। ਉਹ ਤਾਂ ਮੰਜੇ ਤੇ ਲੇਟ ਗਿਆ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਹੈ ਪਰ ਮੈਂ ਬੇਵਸ ਹਾਂ ਅਤੇ ਦੁਖੀ ਵੀ ਹਾਂ। ਇਸ ਦੀ ਭਰਪਾਈ ਕੌਣ ਕਰੇਗਾ? ਮੇਰਾ ਅਸਲ ਪਿਤਾ ਜੋ ਮੇਰਾ ਰਖਵਾਲਾ ਸੀ। ਹੁਣ ਮੈਂ ਕਿਸ ਤੇ ਭਰੋਸਾ ਕਰਾਂ? ਮੇਰਾ ਮਨ ਕਰਦਾ ਹੈ ਕਿ ਮੈਂ ਆਪਣੇ ਪਿਤਾ ਕੋਲ ਜਾ ਕੇ ਪੁੱਛਾਂ ਕਿ ਤੁਸੀਂ ਮੇਰੇ ਨਾਲ ਇਹ ਅਪਰਾਧ ਕਿਉਂ ਕੀਤਾ। ਮੈਂ ਤੁਹਾਡੀ ਅਸਲੀ ਧੀ ਸੀ ਅਤੇ ਲੋਕ ਧੀਆਂ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਹਨ। ਇਹ ਮੇਰੇ ਦਿਲ ਤੇ ਬੋਝ ਸੀ। ਮੈਂ ਇਸ ਨੂੰ ਉਤਾਰਨਾ ਚਾਹੁੰਦੀ ਸੀ ਪਰ ਮੈਨੂੰ ਉਸ ਵਿਅਕਤੀ ਦਾ ਚਿਹਰਾ ਦੇਖਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ
ਅਤੇ ਆਪਣਾ ਧਿਆਨ ਪੜ੍ਹਾਈ ਤੋਂ ਹਟਾ ਦਿੱਤਾ। ਫਿਰ ਇੱਕ ਦਿਨ ਮੰਮੀ ਨੇ ਮੈਨੂੰ ਸਮਝਾਇਆ ਕਿ ਉਸ ਘਿਨਾਉਣੇ ਵਿਅਕਤੀ ਲਈ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ। ਮੇਰਾ ਮੰਨਣਾ ਹੈ ਕਿ ਤੁਹਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਉਸ ਨਾਲ ਗੱਲ ਕਰਨਾ ਤੁਹਾਡੇ ਲਈ ਸੌਖਾ ਨਹੀਂ ਹੈ, ਪਰ ਜੇ ਤੁਸੀਂ ਉਸ ਨੂੰ ਯਾਦ ਕਰਦੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਿਵੇਂ ਅੱਗੇ ਵਧੋਗੇ। ਮੈਂ ਕਹਿੰਦੀ ਹਾਂ ਕਿ ਆਉਣ ਵਾਲੀ ਤਬਾਹੀ ਨੂੰ ਭੁੱਲ ਜਾਓ ਅਤੇ ਆਪਣੀ ਜ਼ਿੰਦਗੀ ਨਾਲ ਅੱਗੇ ਵਧੋ। ਮੇਰੀ ਮਾਂ ਦੀਆਂ ਗੱਲਾਂ ਦਾ ਮੇਰੇ ਮਨ ਤੇ ਅਸਰ ਪਿਆ ਅਤੇ ਆਪਣੀ ਪੜ੍ਹਾਈ ਦੁਬਾਰਾ ਕੀਤੀ ਅਤੇ ਆਪਣੀ ਪੜ੍ਹਾਈ ਪੂਰੀ ਲਗਨ ਨਾਲ ਕੀਤੀ। ਅੱਜ ਮੈਂ ਇੱਕ ਸਫਲ ਵਕੀਲ ਹਾਂ। ਕੁੜੀਆਂ ਦੇ ਅਤਿਆਚਾਰ ਦੇ ਜੋ ਵੀ ਮਾਮਲੇ ਮੇਰੇ ਸਾਹਮਣੇ ਆਉਂਦੇ ਹਨ, ਮੈਂ ਉਹਨਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਲੈਂਦੀ ਹਾਂ। ਮੈਂ ਉਹਨਾਂ ਦੀ ਫੀਸ ਵੀ ਨਹੀਂ ਲੈਂਦੀ ਅਤੇ ਲੜਕੀਆਂ ਨੂੰ ਪੂਰਾ ਇਨਸਾਫ ਦਿਵਾਉਂਦੀ ਹਾਂ। ਮੈਂ ਉਹਨਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੀ। ਮੇਰੇ ਨਾਨਾ ਜੀ ਦੇ ਉਹੀ ਪੁਰਾਣੇ ਨੌਕਰ ਵਿਨੋਦ ਅੰਕਲ, ਜੋ ਹੁਣ ਤੱਕ ਮੇਰੀ ਮਾਂ ਦਾ ਸਹਾਰਾ ਸਨ, ਉਹਨਾਂ ਨੇ ਆਪਣੇ ਪੁੱਤਰ ਦੇ ਵਿਆਹ ਲਈ ਮੇਰਾ ਹੱਥ ਮੰਗਿਆ। ਮੈਂ ਦਕਸ਼ ਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ। ਮੈਂ ਉਸ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ। ਸਭ ਕੁਝ ਜਾਣ ਕੇ ਵੀ ਦਕਸ਼ ਨੇ ਮੈਨੂੰ ਸਵੀਕਾਰ ਕਰ ਲਿਆ। ਉਹਨਾਂ ਨੇ ਕਿਹਾ ਕਿ ਜੋ ਵੀ ਹੋਇਆ ਉਹ ਤੁਹਾਡੀ ਗਲਤੀ ਨਹੀਂ ਹੈ ਅਤੇ ਜੋ ਇਹ ਸਭ ਤੁਹਾਡੇ ਨਾਲ ਹੋਇਆ, ਤੁਸੀਂ ਉਸ ਸਮੇਂ ਇੱਕ ਬੱਚੀ ਸੀ। ਮੈਨੂੰ ਨਹੀਂ ਪਤਾ ਕਿ 12 ਸਾਲ ਪਹਿਲਾਂ ਕੀ ਹੋਇਆ ਸੀ, ਨਾ ਹੀ ਮੈਂ ਇਸ ਨੂੰ ਆਪਣੇ ਆਉਣ ਵਾਲੇ ਜੀਵਨ ਵਿੱਚ ਕਦੇ ਦੁਹਰਾਵਾਂਗਾ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।